ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਨਾ ਬਰਾਬਰੀ ਤੇ ਵਿਤਕਰਾ ਭਰਪੂਰ ਸਮਾਜ ਵਿੱਚ ਸਮਾਜਿਕ ਨਾਇਨਸਾਫੀ ਤੇ ਵਧੀਕੀਆਂ ਖਿਲਾਫ ਲੋਕ ਲਗਾਤਾਰ ਸੰਘਰਸ਼ ਕਰਦੇ ਨੇ। ਕੁਝ ਬੰਦਿਆਂ ਵੱਲੋਂ ਇਨਸਾਫ ਲਈ ਸਾਲਾਂ ਬੱਧੀ ਕੀਤੇ ਸੰਘਰਸ਼ਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਨੇ। ਇਨ੍ਹਾਂ ਜੁਝਾਰਾਂ ਨੇ ਆਪਣੇ ਅਕੀਦਿਆਂ ਦੀ ਵੱਡੀ ਕੀਮਤ ਉਤਾਰੀ ਹੈ। ਇਨ੍ਹਾਂ ਮਿਸਾਲਾਂ ਤੋਂ ਕੀ ਸਬਕ ਮਿਲਦੇ ਨੇ? ਸਮਾਜਿਕ ਹਿੰਸਾ ਤੇ ਵਧੀਕੀਆਂ ਦੀਆਂ ਖਬਰਾਂ ਹਰ ਰੋਜ਼ ਆਉਂਦੀਆਂ ਨੇ। ਵਧੀਕੀਆਂ ਵਿੱਚ ਅਸਰ ਰਸੂਖ ਵਾਲੀਆਂ ਧਿਰਾਂ ਅਤੇ ਰੁਤਬਿਆਂ ਵਾਲੇ ਬੰਦਿਆਂ ਦੀ ਸ਼ਮੂਲੀਅਤ ਹਰ ਵਾਰ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ। ਜਦੋਂ ਅਸਰ ਰਸੂਖ ਵਾਲੇ ਬੰਦੇ ਵਧੀਕੀਆਂ ਕਰਦੇ ਨੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਕਾਨੂੰਨ ਅਤੇ ਇਨਸਾਫ ਨਾਲ ਜੁੜੇ ਅਦਾਰੇ ਕੰਨੀ ਕਤਰਾ ਜਾਂਦੇ ਨੇ। ਇਨ੍ਹਾਂ ਹਾਲਾਤਾਂ ਵਿੱਚ ਕੁਝ ਲੋਕਾਂ ਨੇ ਹੰਭ ਜਾਣ ਜਾਂ ਨਿਰਾਸ਼ ਹੋਣ ਜਾਂ ਕਿਨਾਰਾਕਸ਼ੀ ਕਰਨ ਦੀ ਥਾਂ ਸੰਘਰਸ਼ ਨੂੰ ਤਰਜੀਹ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਖਿਲਾਫ ਮੁਸ਼ਕਿਲ ਹਾਲਾਤ ਵਿੱਚ ਅਦਾਲਤੀ ਕਾਰਵਾਈ ਨੂੰ ਫੈਸਲਾਕੁਨ ਮੋੜ ਤੱਕ ਲੈ ਕੇ ਜਾਣਾ ਅਹਿਮ ਗਵਾਹਾਂ ਦੇ ਨਿਹਚੇ ਨਾਲ ਹੀ ਸੰਭਵ ਹੋਇਆ। ਇਸੇ ਤਰ੍ਹਾਂ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ SPS ਰਾਠੌਰ ਖਿਲਾਫ ਅਦਾਲਤੀ ਕਾਰਵਾਈ ਲਈ ਆਨੰਦ ਪ੍ਰਕਾਸ਼ ਨੇ ਗਜ਼ਬ ਦਾ ਹੌਸਲਾ ਦਿਖਾਇਆ ਹੈ। ਬਲਵੰਤ ਸਿੰਘ ਖੇੜਾ ਨੇ ਮਾਲਟਾ ਕਾਂਡ ਦੇ ਪੀੜਤਾਂ ਲਈ ਸਾਲਾਂ ਬੱਧੀ ਸੰਘਰਸ਼ ਕੀਤਾ ਜੋ ਹਾਲੇ ਤੱਕ ਜਾਰੀ ਹੈ। ਮਾਲਵੇ ਦੇ ਪਿੰਡ ਮਾਹਲ ਕਲਾਂ ਵਿੱਚ ਇੱਕ ਵਿਦਿਆਰਥਣ ਦੇ ਬਲਾਤਕਾਰ ਅਤੇ ਕਤਲ ਦਾ ਮਾਮਲਾ ਮਾਹਲ ਕਲਾਂ ਐਕਸ਼ਨ ਕਮੇਟੀ ਨੇ ਪੁਲਿਸ, ਸਿਆਸਤ ਅਤੇ ਗੁੰਡਾ ਟਾਣੀ ਦੇ ਗੱਠਜੋੜ ਖਿਲਾਫ ਸਾਲਾਂ ਬੱਧੀ ਲੜਿਆ। ਜਸਵੰਤ ਸਿੰਘ ਖਾਲੜਾ ਨੇ ਲਵਾਰਿਸ ਲਾਸ਼ਾਂ ਦਾ ਮਾਮਲਾ ਬੇਪਰਦ ਕਰਨ ਦੀ ਕੀਮਤ ਆਪ ਲਾਸ਼ ਬਣ ਕੇ ਉਤਾਰੀ ਅਤੇ ਉਨ੍ਹਾਂ ਤੋਂ ਬਾਅਦ ਖਾਲੜਾ ਮਿਸ਼ਨ ਨੇ ਇਨਸਾਫ ਦੀ ਲੜਾਈ ਜਾਰੀ ਰੱਖੀ। ਇਨ੍ਹਾਂ ਸਾਰੇ ਸੰਘਰਸ਼ ਨੂੰ ਬਿਨਾਂ ਸ਼ੱਕ ਇਤਿਹਾਸ ਵਿੱਚ ਸ਼ਾਨ ਨਾਲ ਦਰਜ ਕੀਤਾ ਜਾਏਗਾ, ਪਰ ਇਹ ਸਵਾਲ ਤਾਂ ਪੁੱਛਣਾ ਹੀ ਹੋਏਗਾ ਕਿ ਇਨਸਾਫ ਲਈ ਕਿੰਨੀ ਕੀਮਤ ਉਤਾਰੀ ਗਈ। ਬਾਕੀ ਸਮਾਜ ਨੂੰ ਇਸ ਔਖੇ ਸਵਾਲ ਦੇ ਸਨਮੁਖ ਹੋਣਾ ਹੀ ਪਏਗਾ ਕਿ ਜਦੋਂ ਇਹ ਨਾਇਕ ਔਖੀਆਂ ਲੜਾਈਆਂ ਲੜ ਰਹੇ ਸਨ ਤਾਂ ਅਸੀਂ ਕੀ ਕਰ ਰਹੇ ਸਾਂ। ਇਹ ਵੀ ਪੁੱਛਣਾ ਬਣਦਾ ਹੈ ਕਿ ਜਮਹੂਰੀ ਮੁਲਕ ਦੇ ਅਦਾਰਿਆਂ ਨੇ ਇਨ੍ਹਾਂ ਨਾਇਕਾਂ ਦੇ ਅਜਿਹੇ ਇਮਤਿਹਾਨ ਕਿਉਂ ਲਏ। ਨਾਇਨਸਾਫੀ ਖਿਲਾਫ ਸੰਘਰਸ਼ਾਂ ਦੇ ਨਾਇਕਾਂ ਦਾ ਤਜਰਬਾ ਕੀ ਕਹਿੰਦਾ ਹੈ? ਇਨਸਾਫ ਨੂੰ ਯਕੀਨੀ ਬਣਾਉਣਾ ਇਨਸਾਫ ਪਸੰਦ ਸਮਾਜ ਦੀ ਨਿਸ਼ਾਨੀ ਹੈ। ਸਵਾਲ ਇਹ ਹੈ ਕਿ ਨਾਇਨਸਾਫੀ ਖਿਲਾਫ ਸੰਘਰਸ਼ ਕਿੰਨੀ ਕੀਮਤ ਮੰਗਦਾ ਹੈ। ਇਨ੍ਹਾਂ ਮਸਲਿਆਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਬਲਵੰਤ ਸਿੰਘ ਖੇੜਾ, ਜਿਨ੍ਹਾਂ ਨੇ ਮਾਲਟਾ ਕਾਂਡ ਦੇ ਪੀੜਤਾਂ ਲਈ ਲੰਬੀ ਲੜਾਈ ਲੜੀ ਹੈ, ਆਨੰਦ ਪ੍ਰਕਾਸ਼ ਜੀ, ਜਿਨ੍ਹਾਂ ਨੇ ਰੁਚਕਾ ਕਾਂਡ ਦੇ ਦੋਸ਼ੀ ਖਿਲਾਫ ਲੰਬਾ ਸੰਘਰਸ਼ ਕੀਤਾ ਹੈ, ਤੇ ਪ੍ਰੇਮ ਕੁਮਾਰ ਜੀ, ਜੋ ਮਾਹਲ ਕਲਾਂ ਐਕਸ਼ਨ ਕਮੇਟੀ ਦੇ ਆਗੂ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਚਰਚਾ ਵਿੱਚ ਸਵਾਗਤ ਹੈ। ਬਲਵੰਤ ਸਿੰਘ ਖੇੜਾ ਜੀ, ਆਪਾਂ ਤੁਹਾਤੋਂ ਸ਼ੁਰੂ ਕਰਦੇ ਹਾਂ। ਮਾਲਟਾ ਕਾਂਡ ਦੇ ਵਿੱਚ ਤੁਹਾਡਾ ਕੋਈ ਖੂਨ ਦਾ ਰਿਸ਼ਤੇਦਾਰ ਨਹੀਂ ਸੀ ਤੇ ਕੋਈ ਨੇੜੇ ਤੇੜੇ ਦਾ ਸਾਖੇਦਾਰ ਨਹੀਂ ਸੀ, ਤੇ ਇਸ ਦੇ ਬਾਵਜੂਦ ਤੁਸੀਂ ਇਸ ਸੰਘਰਸ਼ ਦੇ ਆਗੂ ਰਹੇ। ਕੀ ਕਾਰਨ ਸਨ ਕਿ ਤੁਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਆਏ? ਜੀ, ਮੈਂ ਸ਼ੁਰੂ ਤੋਂ ਹੀ ਲੰਬੀਆਂ ਲੜਾਈਆਂ ਲੜਨੇ ਦੇ ਆਦੀ ਰਿਹਾ। ਉਹਨਾਂ ਦਾ ਜੇ ਜ਼ਿਕਰ ਕਰੀਏ ਤਾਂ ਸ਼ਾਇਦ ਠੀਕ ਨਾ ਹੋਵੇ। ਪੰਜਾਬ ਵਿੱਚ ਪ੍ਰਾਇਮਰੀ ਸਿੱਖਿਆ ਦਾ ਡਾਇਰੈਕਟੋਰੇਟ ਬਣਾਉਣ ਲਈ 24-25 ਸਾਲ ਠੂਜੇ ਔਰ ਬਣਾਇਆ। ਇਦਾਂ ਹੀ ਹੋਰ ਵੀ ਨਾਂ ਲੈ ਜਾ ਸਕਦੇ ਆ। ਮੈਂ 1996 ਵਿੱਚ ਜਿਹੜੀ ਰੂਲਿੰਗ ਪਾਰਟੀ ਸੀ ਭਾਰਤ ਦੀ ਜਾਂ ਜਨਤਾ ਦਲ, ਉਹਦਾ ਸਟੇਟ ਪ੍ਰੈਜ਼ੀਡੈਂਟ ਸੀ ਔਰ ਸਾਡੀ ਕੇਂਦਰ ਵਿੱਚ ਹਕੂਮਤ ਸੀ। ਸਟੇਟ ਦਾ ਮੈਂ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਹ ਜਿਸ ਵੇਲੇ ਵਾਕਿਆ ਹੋਇਆ ਉਸ ਵੇਲੇ ਸਾਰਾ ਪੰਜਾਬ ਰੋਂਦਾ ਸੀ। 170 ਮੁੰਡੇ, ਉਹਨਾਂ ਦੇ 40-50 ਰਿਸ਼ਤੇਦਾਰ, ਕੋਈ ਉਧਰ ਮਕਾਨਾਂ ਦੇਣ ਚੱਲਿਆ, ਕੋਈ ਉਧਰ। ਉਹ ਸਾਰੇ ਪੋਲੀਟੀਕਲ ਪਾਰਟੀਆਂ ਕੋਲ ਗਏ, MP MLA ਵਜ਼ੀਰਾਂ ਕੋਲ, ਔਰ ਬੱਸਾਂ ਭਰ ਕੇ ਬਾਦਲ ਸਾਹਿਬ ਦੀ ਕੋਠੀ ਗਏ। ਉੱਥੋਂ ਵੀ ਧੱਕੇ ਪਾਏ। ਉਹ ਨਿਰਾਸ਼ ਹੋ ਕੇ ਕਿਸੇ ਨੇ ਪਤਾ ਨਹੀਂ ਸਾਡੇ ਮੇਰੇ ਨਜ਼ਦੀਕੀ ਚੋਂ 5-4 ਆਦਮੀਆਂ ਤੇ ਜਿਨ੍ਹਾਂ ਦੇ ਪਰਿਵਾਰਾਂ ਦਾ ਨਹੀਂ ਸੀ, ਉਹਨਾਂ ਨੂੰ ਕਿਹਾ ਵੀ ਤੁਸੀਂ ਖੇੜਾ ਸਾਹਿਬ ਕੋ ਜਾਓ। ਉਹ ਮੇਰੇ ਕੋਲ ਆਏ, ਮੇਰੇ ਦਫ਼ਤਰ ਬੈਠੇ। ਮੈਂ ਉਹਨਾਂ ਨੂੰ ਸਹੀ ਗੱਲ ਆ ਵੀ ਮੈਂ ਟਾਲਾ ਵੱਟਿਆ। ਮੈਂ ਕਿਹਾ ਮੇਰੇ ਵੱਸ ਦਾ ਨਹੀਂ, ਇੰਟਰਨੈਸ਼ਨਲ ਲੈਵਲ ਦਾ ਮਸਲਾ। ਜੇ ਤਾਂ ਚੰਡੀਗੜ੍ਹ ਦਿੱਲੀ ਦਾ ਹੋਵੇ ਤਾਂ ਮੈਂ ਜ਼ਰੂਰ ਕਰਦਾ ਤੁਹਾਡੀ ਮਦਦ। ਤੇ ਮੈਂ ਉਹਨਾਂ ਤੋਂ ਮਾਫੀ ਮੰਗ ਲਈ। ਉਹ ਫਿਰ ਉਸ ਆਦਮੀ ਕੋਲ ਗਏ ਜਿਹਨੇ ਮੇਰੀ ਦੱਸ ਪਾਈ ਸੀ। ਉਹਨੇ ਉਹਨਾਂ ਨੂੰ ਕੋਈ ਨੁਸਖਾ ਸਮਝਾਇਆ ਵੀ ਤੁਸੀਂ ਇਕੱਠੇ ਹੋ ਕੇ ਜਾਓ ਤੇ ਦਫ਼ਤਰ ਬਹਿ ਜਾਓ ਤੇ ਤੁਸੀਂ ਹਾਂ ਕਰਵਾ ਲਓ। ਜੇ ਤੁਹਾਡੀ ਹਾਂ ਹੋ ਗਈ ਤੁਹਾਡਾ ਕੰਮ ਹੋ ਜਾਊਗਾ। ਉਹਨਾਂ ਨੇ ਇਹੀ ਡਰਾਮਾ ਕੀਤਾ। ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਗਿਆ, ਬੀੜਾ ਚੱਕ ਲਿਆ। ਫਿਰ ਜਿਹੜੀ ਲੰਬੀ ਲੜਾਈ ਉਹ ਹਿਸਟਰੀ ਆ, ਉਹਦੇ ਵਿੱਚ 100% ਦੀ ਸਫਲਤਾ ਹੋਈ। ਇਹ ਉਹਨਾਂ ਲੋਕਾਂ ਦੀ ਸੰਘਰਸ਼ ਦੀ ਗੱਲ ਵੀ ਹੈ। ਮੇਰੇ ਜਿਨ੍ਹਾਂ ਦੇ ਹਮਦਰਦ ਕੀਤੀ, ਮਦਦ ਕੀਤੀ, ਉਹਨਾਂ ਸਾਰਿਆਂ ਨੂੰ ਸ਼੍ਰੇਅ ਜਾਂਦਾ ਉਹਦਾ। ਹਾਂਜੀ, ਆਨੰਦ ਪ੍ਰਕਾਸ਼ ਜੀ, ਤੁਸੀਂ ਜਿਹੜਾ ਸੰਘਰਸ਼ ਕੀਤਾ, ਬਹੁਤ ਲੰਬਾ ਸਮਾਂ ਸੰਘਰਸ਼ ਕੀਤਾ, ਜਿਹਦੇ ਵਿੱਚ ਬਹੁਤ ਸਾਰੀ ਆਈਸੋਲੇਸ਼ਨ ਵੀ ਤੁਸੀਂ ਦੇਖੀ ਤੇ ਬਹੁਤ ਵੱਡੀ ਕੀਮਤ ਵੀ ਤੁਸੀਂ ਉਹਦੀ ਉਤਾਰੀ। ਤੁਸੀਂ ਆਪਣੇ ਸੰਘਰਸ਼ ਬਾਰੇ ਦੱਸੋ। इस बारे में इतना ही कहूंगा
कि ये जो केस है रुचिका का, इसमें एक बहुत बड़ा पुलिस अधिकारी इन्वॉल्व था और उसने उस बच्ची के साथ गलत बात करने की कोशिश की। और जब ये मामला हमें पता लगा तो हमने इसको उजागर किया। हम उसके घर पर भी गए कि भाई ये मामला, अगर उसने गलती की है माफी मांग ले, लेकिन क्योंकि वो पुलिस का बड़ा अफसर था और उसकी सरकार में पहुंच पूरी थी, तो उसने माफी मांगने के बजाय उल्टा लड़की के भाई के ऊपर भी केस बनवा दिए और जो बच्चे वहां पे खेलने आते थे उनके खिलाफ भी चोरी, डकैती, कातलाना हमला, फैब्रिकेशन रिकॉर्ड और पता नहीं क्या क्या झूठे केस उसने बनाए। और हम सब के खिलाफ भी उसने कोर्ट में भी कम से कम 18-20 झूठे गवाह इकट्ठे किए, जिसमें के पुलिस के अधिकारी भी थे और ब्यूरोक्रेट्स भी थे और इंजीनियर्स भी थे। मैं ज्यादा न कहते हुए यही कहूंगा कि जब हम अन्याय के खिलाफ या जुल्म के खिलाफ लड़ाई लड़ते हैं तो वो मुश्किल तो है, लेकिन वो असंभव नहीं है। और इसी बात पे हम आगे बढ़ते चले गए और जब ये मामला वहां पर नहीं सुलटा और हालांकि डीजीपी ने रिपोर्ट उसके खिलाफ करी, उसने उस रिपोर्ट को भी दबवा दिया। उस वक्त के होम मिनिस्टर को उसने अप्रोच कर लिया, उस वक्त के होम सेक्रेटरी को अप्रोच कर लिया, उस वक्त की सरकार को अप्रोच कर लिया। तो हमें हाई कोर्ट का दरवाजा खटखटाना पड़ा और हाई कोर्ट में जब हम गए तो वहां से हमने इसकी सीबीआई की इंक्वायरी की मांग की। और जब ये सीबीआई की इंक्वायरी हुई तो उस इंक्वायरी में उसको फिर दोषी पाया गया और ये मुकदमा फिर 9-10 साल उस कोर्ट में चला और वहां पे भी उसने हमारे खिलाफ झूठे गवाह इकट्ठे किए। मेरे फादर जो फ्रीडम फाइटर रहे उनको उसने एक सट्टेबाज प्रूव करने की कोशिश की और ये भी कहा कि मैंने उसको गिरफ्तार किया था, जबकि वो बिल्कुल टोटली बेबुनियाद बातें थी। और कई बार गुस्सा भी बहुत आता था, लेकिन हमारे जो सीबीआई के वकील थे वो बहुत सुलझे हुए थे, CS शर्मा जी, उन्होंने मुझे कहा कि आप बिल्कुल गुस्सा मत खाइए और इसके किए की सजा मिलेगी और हम इसको इसके लॉजिकल एंड तक पहुंचा के छोड़ेंगे। और उसने हमारे वकीलों को भी तंग करने की कोशिश की। उसने कोई आदमी ऐसा नहीं छोड़ा जिस पे इल्जाम ना लगाए हों, चाहे वो हमारे बच्चे गवाह थे, चाहे वो पुलिस अधिकारी थे और चाहे और कोई जिनने भी हमारा साथ दिया, प्रेस रिपोर्टर्स थे, मीडिया के लोग थे, सबके खिलाफ उसने 10-12 झूठे केस कोर्टों में खड़े किए। लेकिन हमने उसकी कोई परवाह न करते हुए हमारा फोकस इसी बात पे था कि भाई हम उसका जो दोष है उसको हम कोर्ट में साबित कर पाएं। और ये लंबी लड़ाई में हम उसको कोर्टे भी बदलता चला गया। अम्बाले से पटियाला ले गया, पटियाले से चंडीगढ़ लेके आया, लेकिन चंडीगढ़ में जब ये केस आ गया तो हमने इसको टाइम लिमिट बंधवा दी कि अब इसका फैसला 1 महीने के अंदर होना चाहिए। और वो चंडीगढ़ की कोर्ट ने 1 महीने में फैसला किया। और उस वक्त जो प्रेस और मीडिया के लोग थे और जो स्टूडेंट्स थे वो बिल्कुल सड़कों पे उतर आए। और उस वक्त जब पब्लिक का सपोर्ट इस केस को मिला तो दोषी को सजा मिलने में सहूलियत हुई। और अंत में हमें 19.5 साल की लड़ाई के बाद कुछ न्याय मिला कि उसको 6 महीने की सजा हुई। और हाँ जी, आपके पास मैं दोबारा वापस आऊंगा। प्रेम कुमार जी, ਤੁਸੀਂ ਤਕਰੀਬਨ ਇਸੇ ਕਿਸਮ ਦੀ ਲੜਾਈ ਦੇ ਵਿੱਚ ਸ਼ਾਮਲ ਰਹੇ ਹੋ 1997 ਤੋਂ ਬਾਅਦ ਲਗਾਤਾਰ। ਤੁਹਾਡੇ ਇਲਾਕੇ ਦੇ ਵਿੱਚ ਇੱਕ ਬਲਾਤਕਾਰ ਤੇ ਉਸ ਤੋਂ ਬਾਅਦ ਕਤਲ ਹੋਇਆ ਸੀ ਤੇ ਉਹਨੂੰ ਤੁਸੀਂ ਲਗਾਤਾਰ ਸੰਘਰਸ਼ ਦੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਸਾਡਾ ਤਾਂ ਤਜਰਬਾ ਇਹ ਹੈ ਜੀ ਵੀ ਜੇ ਕਿਤੇ ਵੀ ਕੋਈ ਜ਼ਬਰ ਜ਼ੁਲਮ ਹੁੰਦਾ ਹੈ ਤਾਂ ਉਸ ਵੇਲੇ ਜੇ ਤੁਸੀਂ ਉੱਥੇ ਉਸ ਕੇਸ ਦੀ ਤਹਿ ਤੱਕ ਜਾਂਦੇ ਹੋ, ਉੱਥੇ ਲੋਕਾਂ ਦੀ ਅਗਵਾਈ ਕਰਦੇ ਹੋ, ਸੱਚ ਲਈ ਲੜਦੇ ਹੋ ਤਾਂ ਲੋਕ ਤੁਹਾਡਾ ਸਾਥ ਦਿੰਦੇ ਆ। ਅਸੀਂ ਇਸ ਕਰਨਜੀਤ ਕਾਂਡ ਦੇ ਵਿੱਚ ਇਸੇ ਕਰਕੇ ਉਹਨਾਂ ਨੂੰ ਸਜ਼ਾਵਾਂ ਦੇ ਸਕੇ ਆ। ਲੋਕਾਂ ਨੇ ਸਾਡੀ ਆਸ ਤੋਂ ਵੀ ਕਿਤੇ ਵੱਧ ਸਾਥ ਦਿੱਤਾ। ਤੇ ਬਾਕੀ ਸਾਡੀ ਐਕਸ਼ਨ ਕਮੇਟੀ ਵੀ ਜਿਹੜੀ ਬਣੀ ਹੋਈ ਸੀ, ਜਦੋਂ 2 ਅਗਸਤ 1997 ਨੂੰ ਅਸੀਂ ਇਹ ਐਕਸ਼ਨ ਕਮੇਟੀ ਬਣਾਈ ਆ, ਅਸੀਂ ਉਹਦੇ 14 ਮੈਂਬਰ ਹਾਂ। ਹਾਂਜੀ। ਤੇ ਉਸੇ ਦਿਨ ਹੀ ਅਸੀਂ ਇਹ ਸੰਕਲਪ ਲਿਆ ਸੀ ਵੀ ਇਸ ਕੇਸ ਨੂੰ ਜੇ ਆਪਾਂ ਆਪਦੇ ਹੱਥ ਦੇ ਵਿੱਚ ਲੈਣਾ ਹੈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਅਸੀਂ ਚੌਰੇ ਜਾਣੀ ਇੱਕ ਕਸਮਾਂ ਖਾਣ ਵਾਲੀ ਗੱਲ ਲੈ ਕੇ ਲੈ ਲਈਏ ਤਾਂ ਉਹਦੇ ਵਿੱਚ ਸ਼ਾਮਲ ਹੋ ਕੇ ਇਸ ਕੇਸ ਨੂੰ
ਪੂਰੀ ਤਨਦੇਹੀ ਦੇ ਨਾਲ, ਇੱਕ ਆਪਦੇ ਆਪ ਨੂੰ ਇੱਕ ਐਂ ਸਮਝ ਕੇ ਵੀ ਇੱਕ ਮਾਸਟਰ ਦਰਸ਼ਨ ਦੀ ਬੇਟੀ ਨਹੀਂ, ਇਹ ਸਾਡੀ ਆਪਦੀ ਬੇਟੀ ਦੇ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਹੋਈ ਹੈ। ਕਿਉਂਕਿ ਇਹ ਕੇਸ ਹੀ ਇਹੋ ਜਿਹਾ ਸੀ, ਕਿਉਂਕਿ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਵੀ ਅੱਜ ਤੱਕ ਅਸੀਂ ਕੋਈ ਇਹੋ ਜਿਹਾ ਜ਼ਬਰ ਜ਼ੁਲਮ ਨਹੀਂ ਦੇਖਿਆ ਕਿਸੇ ਮਾਸੂਮ ਬੱਚੀ ਨਾਲ ਹੋਇਆ ਹੋਵੇ, ਇਸ ਤਰ੍ਹਾਂ ਦੀ ਘਟਨਾ ਅਸੀਂ ਨਹੀਂ ਸੁਣੀ। ਤੇ ਇਸੇ ਕਰਕੇ ਸਾਰੇ ਲੋਕਾਂ ਦੇ ਜਦੋਂ ਘਟਨਾ ਸਾਰੇ ਲੋਕਾਂ ਦੇ ਫਲੈਸ਼ ਹੋਈ ਤਾਂ ਲੋਕਾਂ ਦੇ ਦਿਲ ਬਲੂੰਦਰੇ ਜਾਂਦੇ ਸੀ। ਤੇ ਇਸੇ ਕਰਕੇ ਕੱਲੇ ਮਰਦ ਨਹੀਂ, ਔਰਤਾਂ ਦੇ ਵਿੱਚ ਇਸ ਦੇ ਵਿੱਚ ਬਹੁਤ ਜ਼ਿਆਦਾ ਸ਼ਮੂਲੀਅਤ ਹੁੰਦੀ ਸੀ, ਤੇ ਜਿਹਦੇ ਕਰਕੇ ਅਸੀਂ ਕੇਸ ਦੀ ਤਹਿ ਤੱਕ ਗਏ। ਪਹਿਲਾਂ ਉਹਨਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ, ਤੇ ਜਿਹੜੇ ਇਸ ਕੇਸ ਦੇ ਵਿੱਚ ਕੋਈ ਪੁਲਿਸ ਅਧਿਕਾਰੀ ਸੀ, ਚਾਹੇ ਐਸਐਚਓ ਸੀ, ਚਾਹੇ ਐਸਪੀ ਲੈਵਲ ਦਾ ਕੋਈ ਵੱਡਾ ਅਧਿਕਾਰੀ ਸੀਗਾ, ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਕੋਈ ਕੁਤਾਹੀ ਵਰਤੀ ਹੈ, ਉਹਨਾਂ ਦੋਸ਼ੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਲੋਕਾਂ ਦੀ ਤਾਕਤ ਦੇ ਸਿਰ ਤੇ ਉਹਨਾਂ ਨੂੰ ਵੀ ਸਜ਼ਾਵਾਂ ਦਵਾਈਆਂ, ਇੱਥੋਂ ਤੱਕ ਕਿ ਅੱਜ ਤੱਕ ਇਹ 47 ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਹੈਗਾ ਕੋਈ ਇੰਸਪੈਕਟਰ ਰੈਂਕ ਦਾ ਜਿਹੜਾ ਅਧਿਕਾਰੀ ਹੈ ਉਹ ਟਰਮੀਨੇਟ ਹੋਇਆ ਹੋਵੇ, ਕਿਉਂਕਿ ਉਹਨੇ ਅਣਗਹਿਲੀ ਇਸ ਤਰ੍ਹਾਂ ਦੀ ਵਰਤੀ ਸੀ, FIR ਨਾ ਲੈ ਕੇ। ਤੁਹਾਡੇ ਸੰਘਰਸ਼ ਕਾਰਨ ਇੱਕ ਬੰਦੇ ਨੂੰ ਉਥੋਂ ਨੌਕਰੀ ਤੋਂ ਬਰਖਾਸਤ ਵੀ ਕੀਤਾ ਗਿਆ। ਹਾਂਜੀ। ਤੇ ਇਹਦੇ ਵਿੱਚ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਗਿਆ ਇੱਕ ਮਾਮਲੇ ਦੇ ਵਿੱਚ? ਉਸ ਤੋਂ ਬਾਅਦ ਨਾ ਜੀ, ਜਦੋਂ ਅਸੀਂ ਇਸ ਕੇਸ ਦੀ ਪੂਰੀ ਗਵਾਹੀਆਂ ਵੀ ਅਸੀਂ ਦਿੱਤੀਆਂ, ਤਾਂ ਮਾਰਚ 2001 ਦੇ ਵਿੱਚ 3/3/2001 ਨੂੰ ਜਦੋਂ ਕਰਨਜੀਤ ਦੀ ਪੇਸ਼ੀ ਸੀ ਬਰਨਾਲੇ, ਤਾਂ ਸਾਡੇ ਉੱਤੇ ਵੀ ਉਹਨਾਂ ਨੇ ਇੱਕ ਡਿਫੇਮੇਸ਼ਨ ਦਾ ਕੇਸ ਕੀਤਾ ਹੋਇਆ ਸੀ, ਕਿਸੇ ਇੱਕ ਆਪਦੇ ਕਿਸੇ ਟਾਊਟ ਕਿਸਮ ਦੇ ਬੰਦਿਆਂ ਰਾਹੀਂ। ਅਸੀਂ ਵੀ ਉਸ ਦਿਨ ਪੇਸ਼ੀ ਤੇ ਗਏ ਸੀ, ਕੇਸੀ ਦਾ ਵੀ ਫੈਸਲਾ, ਕਰਨਜੀਤ ਵਾਲੇ ਕੇਸ ਦਾ ਵੀ ਫੈਸਲਾ ਸੀ ਉਸੇ ਦਿਨ। ਤੇ ਉਸੇ ਦਿਨ ਹੀ ਉਹਨਾਂ ਦੇ ਕਿਸੇ ਨਿੱਜੀ ਵਿਰੋਧੀਆਂ ਨੇ ਬਰਨਾਲੇ ਕਚਹਿਰੀਆਂ ਦੇ ਵਿੱਚ ਇਸ ਕਰਨਜੀਤ ਦੇ ਕਾਤਲ ਪਰਿਵਾਰ ਦੇ ਉੱਤੇ ਹਮਲਾ ਕਰਤਾ, ਤੇ ਜਿਹਦੇ ਵਿੱਚ 2-3 ਫੱਟੜ ਹੋਏ, ਤੇ ਇੱਕ 9-10 ਦਿਨਾਂ ਬਾਅਦ ਜਾ ਕੇ DMC ਦੇ ਵਿੱਚ ਉਹਦੀ ਮੌਤ ਹੋ ਗਈ ਸੀ, ਮਰ ਗਿਆ ਸੀ। ਉਸ ਕੇਸ ਦੇ ਵਿੱਚ ਇਹਨਾਂ ਨੇ ਪੂਰੀ ਸੋਚੀ ਸਾਡੀ ਸਕੀਮ ਦੇ ਤਹਿਤ ਸਾਡੇ ਐਕਸ਼ਨ ਵਿਰੁੱਧ ਜਿਹੜੇ ਸੀ 3 ਜਾਣੇ ਸੀ, ਮੈਂ ਤੇ ਨਰੈਣ ਦੱਤ ਤੇ ਮਨਜੀਤ ਸਿੰਘ ਕਿਸਾਨ ਯੂਨੀਅਨ ਦਾ ਆਗੂ ਸੀ, ਸਾਡਾ ਉਸ FIR ਦੇ ਵਿੱਚੋਂ ਕੇਸ ਉਹਨਾਂ ਨੇ 9 ਲਿਖਾਤਾ ਸੀ, ਕਿਉਂਕਿ ਮੈਂ ਪੇਸ਼ੀ ਭੁਗਤੇ, ਮੈਂ ਵੀ ਆਪਦੇ ਸਕੂਲ ਜਾ ਚਲਿਆ ਗਿਆ। ਉਸ ਤੋਂ ਬਾਅਦ ਤੁਹਾਨੂੰ ਉਮਰ ਕੈਦ ਵੀ ਹੋਈ ਉਸ ਕੇਸ ਦੇ ਵਿੱਚ। ਸਾਨੂੰ ਵਿੱਚ ਝੂਠੀਆਂ ਗਵਾਹੀਆਂ ਦੇ ਆਧਾਰ ਤੇ ਸਾਨੂੰ ਵੀ 3 ਜਾਣੇ ਨੂੰ, ਉਹ ਜਿਹੜੇ 4 ਐਕਚੁਅਲੀ ਉਹਦਾ ਮਰਡਰ ਕਰਨ ਵਾਲੇ ਸੀ, ਸਾਨੂੰ ਵੀ ਉਮਰ ਕੈਦ ਹੋਈ। ਤੇ ਲੋਕਾਂ ਨੇ ਫਿਰ ਐਜੀਟੇਸ਼ਨ ਕੀਤੀ, ਸਮੁੱਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਆਧਾਰ ਸਾਡੀ ਰਿਹਾਈ ਦੇ ਲਈ ਐਕਸ਼ਨ ਸੰਘਰਸ਼ ਕਮੇਟੀ ਬਣੀ, ਤੇ ਜਿਹਦੀ ਅਗਵਾਈ ਦੇ ਵਿੱਚ ਹੀ ਜਦ ਇਹ ਸਰਕਾਰ ਨੂੰ ਮਜਬੂਰ ਹੋ ਕੇ, ਪਹਿਲਾਂ ਬਾਦਲ ਸਰਕਾਰ ਨੂੰ ਫਿਰ ਅਮਰਿੰਦਰ ਸਰਕਾਰ ਨੂੰ ਵੀ ਮਜਬੂਰ ਹੋ ਕੇ ਗਵਰਨਰ ਵਿਸ਼ਵਾਸ ਕਰਨਾ ਭੇਜਿਆ ਸਾਡੀ ਰਿਹਾਈ ਦੇ ਲਈ, ਤੇ ਗਵਰਨਰ ਨੇ ਸਾਡੀ ਉਹ ਸਜ਼ਾ ਵੀ ਮਾਫ ਕਰ ਲੰਬੇ ਸੰਘਰਸ਼ ਤੋਂ ਬਾਅਦ ਤੁਹਾਡੀ ਰਿਹਾਈ ਹੋਈ। ਸਾਡੇ ਨਾਲ ਇੱਥੇ ਜੁੜੇ ਹੋਏ ਨੇ ਪਰਮਜੀਤ ਕੌਰ ਖਾਲੜਾ ਜੀ, ਖਾਲੜਾ ਮਿਸ਼ਨ ਤੋਂ। ਪਰਮਜੀਤ ਜੀ, ਤੁਸੀਂ ਬਹੁਤ ਲੰਬਾ ਸੰਘਰਸ਼ ਕੀਤਾ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਕੀਮਤ ਉਤਾਰੀ ਹੈ ਇਸ ਸੰਘਰਸ਼ ਦੀ। ਤੁਸੀਂ ਆਪਣੇ ਸੰਘਰਸ਼ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਆਪਣੇ ਸੰਘਰਸ਼ ਬਾਰੇ ਮੈਂ ਇਹ ਕਹਿਣਾ ਚਾਹੂੰਗੀ ਕਿ ਜੇ ਅਸੀਂ ਸਮਾਜਿਕ ਮੁੱਦਿਆਂ ਤੇ ਜਾਂ ਕੋਈ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਹੋ ਰਿਹਾ ਜਿਹੜਾ ਕੋਈ ਕਰਮ ਹੈ, ਉਹਨਾਂ ਤੇ ਕੋਈ ਸਟੈਂਡ ਲੈ ਕੇ ਲੜਾਈ ਲੜਦੇ ਆ, ਤਾਂ ਸਾਰਾ ਲੋਕ ਹੈ ਜਿਹੜੇ ਜਾਂ ਮੀਡੀਆ ਜਾਂ ਸਾਰੇ ਉਹਦਾ ਸਾਥ ਜ਼ਰੂਰ ਦਿੰਦੇ ਆ। ਜਿਹੜੀ ਮੇਰੀ ਲੜਾਈ ਹੈ ਇਹ ਕਾਨੂੰਨੀ ਹੋਣ ਦੇ ਨਾਲ ਨਾਲ ਇੱਕ ਸਮਾਜਿਕ ਲੜਾਈ ਵੀ ਹੈ, ਤੇ ਹੋਰ ਵੀ ਇਹਦੇ ਨਾਲ ਬਹੁਤ ਸਾਰੇ ਪਹਿਲੂ ਜਿਹੜੇ ਆ ਉਹ ਪੰਜਾਬ ਦੇ ਵਿੱਚ ਜੋ ਤਰਾਸਦੀ ਹੋਈ ਹੈ ਉਹਦੇ ਨਾਲ ਜੁੜੇ ਹੋਏ ਆ। ਇਹ ਜਿਹੜੀ ਪੰਜਾਬ ਦੇ ਵਿੱਚ 78 ਤੋਂ ਲੈ ਕੇ 95 ਤੱਕ ਜੋ ਹੋਇਆ, ਅਸਲ ਵਿੱਚ ਉਹਦੇ ਦਰਮਿਆਨ ਜੋ ਲੋਕਾਂ ਨਾਲ ਵਾਪਰਿਆ ਉਹ ਇੱਕ ਬਹੁਤ ਵੱਡੀ ਦੁਖਦਾਈ ਘਟਨਾ ਹੈ। ਇਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਪਤਨੀ ਹੋਣ ਦਾ ਮੈਨੂੰ ਜਿਹੜਾ ਸੁਭਾਗ ਹੈ, ਤੇ ਉਹਦੇ ਕਰਕੇ ਹੀ ਮੈਂ ਜਿਹੜਾ ਇਹ ਸਾਹਮਣੇ ਆਈ ਹੈ ਲੋਕਾਂ ਦੇ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕੀ ਕੰਮ ਕੀਤਾ, ਉਹਨਾਂ ਨੇ ਪੰਜਾਬ ਦੇ ਵਿੱਚ 78 ਤੋਂ ਲੈ ਕੇ 95 ਤੱਕ ਜਿਹੜੇ ਲੋਕ ਪੁਲਿਸ ਨੇ ਡਿਸਪੀਅਰ ਕਰਤੇ ਜਾਂ ਜਿਹੜੇ ਲਾਪਤਾ ਕਰਤੇ, ਲਾਪਤਾ ਹੀ ਨਹੀਂ ਕੀਤੇ ਸਗੋਂ ਲਾਪਤਾ ਕਰਕੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਅਨਆਇਡੈਂਟੀਫਾਈਡ ਕਹਿ ਕੇ, ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ।